पर रणजीत बाबा ਨੂੰ ਲੈ ਕੇ ਕਿਹਾ ਜਾਵੇ ਇੱਕ ਚੰਗੀ ਤੇ ਸਾਫ਼ ਛਵੀ ਦੇ ਮਾਲਕ ਰਣਜੀਤ ਬਾਬਾ ਹੈਗੇ ਨੇਗੇ। ਪਰ ਹੁਣ ਤੱਕ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਨਕਮ ਟੈਕਸ ਦੀ ਕੱਲ ਸਵੇਰ ਤੋਂ ਕਹਿ ਸਕਦੇ ਹਾਂ ਕਿ ਰੇਡ ਚੱਲ ਰਹੀ ਹੈ ਲਗਾਤਾਰ ਉਹਨਾਂ ਦੇ ਮੋਹਾਲੀ ਦੇ ਘਰ ਦੇ ਵਿੱਚ ਚੀਜ਼ ਨੂੰ ਖੰਗਾਲਦੀ ਹੈ। ਪੈਸਿਆਂ ਦਾ ਹਿਸਾਬ ਪੁੱਛਿਆ ਜਾਂਦਾ ਹੈ। ਮਹਿੰਗਾ ਸਮਾਨ ਜਿੰਨਾ ਵੀ ਹੁੰਦਾ ਹੈ, ਚਾਹੇ ਗੱਡੀਆਂ ਹੋਣ ਚਾਹੇ ਅੰਦਰ ਕਿੰਨਾ ਵੀ ਮਹਿੰਗਾ ਸਮਾਨ ਹੈ, ਜੇ ਕਿਹਾ ਜਾਵੇ ਕਿ ਸਾਰੀ ਚੀਜ਼ਾਂ ਦਾ ਬਿਊਰਾ ਮੰਗਿਆ ਜਾਂਦਾ ਤੇ ਉਹਦੇ ਨਾਲ ਇਹ ਹੁੰਦਾ ਕਿ ਜੋ ਸਮਾਨ ਮਿਲ ਹੀ ਜਾਂਦਾ। ਹੁਣ ਖੈਰ ਇਹ ਤਾਂ ਨਹੀਂ ਹਜੇ ਪਤਾ ਵੀ ਇਹ ਬੰਦ ਕੋਠੀ ਦੇ ਅੰਦਰ ਕਿਸ ਤਰ੍ਹਾਂ ਦਾ ਸਮਾਨ ਹੈ ਜਿਹੜਾ ਅੰਦਰ ਮਿਲਿਆ ਹੋਊਗਾ, ਪਰ ਜਿਹੜੇ ਚੀਜ਼ਾਂ ਮਿਲੀਆਂ ਜਾਂਦੀਆਂ ਨੇਗੀਆਂ ਤਾਂ ਉਹ ਚੀਜ਼ਾਂ ਦਾ ਪੂਰਾ ਬਿਊਰਾ ਤਿਆਰ ਕਰਕੇ ਉਹਦਾ ਹਿਸਾਬ ਕਿਤਾਬ ਕਰਿਆ ਜਾਂਦਾ ਹੈ। ਸਤਿ ਸ਼੍ਰੀ ਅਕਾਲ। ਕੱਲ ਦੀ ਜਿਸ ਤਰ੍ਹਾਂ ਜੇ ਦੇਖੀਏ ਕਿ ਇਨਕਮ ਟੈਕਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਆ ਪੰਜਾਬ ਦੇ ਵਿੱਚ, ਜਿੱਥੇ ਕਈ ਥਾਂ ਤੇ ਰੇਡ ਦੇਖਣ ਨੂੰ ਮਿਲੀ ਤਾਂ ਉਹਦੇ ਵਿੱਚ ਵੱਡੇ ਨਾਮ ਸੀਗੇ ਕਨਵਰ ਗਰੇਵਾਲ ਤੇ ਦੂਜੇ ਪਾਸੇ ਦੇਖਿਆ ਰਣਜੀਤ ਬਾਵਾ। ਕੱਲ ਰਾਤ ਖਾਸੇ ਕਈ ਵਿਜ਼ੂਅਲ ਜਿਹੜੇ ਵਾਇਰਲ ਹੁੰਦੇ ਹੋਏ ਦਿਖੇ ਤਾਂ ਇਹੀ ਕੋਠੀ ਦੇ ਸੀ ਜਦੋਂ ਉਹ ਅੰਦਰ ਨੇ ਜਿਹੜੇ ਗੱਦੇ ਨੇ, ਹਾਲਾਂਕਿ ਹਜੇ ਵੀ ਪਏ ਨੇਗੇ ਅੰਦਰ ਗੱਦੇ, ਉਹ ਗੱਦੇ ਨੇ ਜਿਹੜੇ ਜਾਂਦੇ ਹੋਏ ਦਿਖੇ ਸੀ। ਕਿਉਂਕਿ ਇਨਕਮ ਟੈਕਸ ਦੀ ਰੇਡ ਕੱਲ ਜਦੋਂ ਜੇ ਕਹੀਏ ਕਿ ਚੜ੍ਹਦੀ ਸਵੇਰ ਤੋਂ ਬਾਅਦ ਜਦੋਂ ਪਹੁੰਚਦੀ ਹੈਗੀ ਰੇਡ ਕਰਨ ਵਾਸਤੇ ਤੇ ਉਸ ਤੋਂ ਬਾਅਦ ਪੂਰੀ ਰਾਤ ਵੀ ਇਨਕਮ ਟੈਕਸ ਦੀ ਰੇਡ ਚੱਲਦੀ ਰਹਿੰਦੀ ਹੈ। ਖਾਕਾ ਪੂਰਾ ਤਿਆਰ ਕੀਤਾ ਜਾਂਦਾ, ਸਿਕਿਉਰਿਟੀ ਤੁਸੀਂ ਦੇਖੋ ਹਜੇ ਵੀ ਮੌਜੂਦ ਹੈ। ਤੇ ਜਿਸ ਤਰ੍ਹਾਂ ਦੇ ਨਾਲ ਆਮ ਤੌਰ ਤੇ ਦੱਸਿਆ ਜਾਂਦਾ ਵੀ ਜਿਹੜੇ ਇਹ ਗੱਦੇ ਇਸ ਲਈ ਮੰਗਾਏ ਜਾਂਦੇ ਨੇ ਕਿਉਂਕਿ ਜਦੋਂ ਇਨਕਮ ਟੈਕਸ ਅਧਿਕਾਰੀ ਪੂਰੀ ਰਾਤ ਕਿਤੇ ਬਤਾਉਂਦੇ ਨੇ ਤਾਂ ਫਿਰ ਸ਼ਿਫਟ ਵਾਈਜ਼ ਕਿਉਂਕਿ ਸਿਕਿਉਰਿਟੀ ਲੱਗੀ ਹੁੰਦੀ ਹੈ, ਬਾਹਰ ਅੰਦਰ ਕੋਈ ਜਾ ਨਹੀਂ ਸਕਦਾ ਹੁੰਦਾ ਤੇ ਜਿੰਨਾ ਚਿਰ ਪੂਰਾ ਰੇਡ ਖਤਮ ਨਾ ਹੋਵੇ ਜਾਂ ਕਹੀਏ ਪੂਰਾ ਖਾਕਾ ਜਿਹੜਾ ਤਿਆਰ ਕੀਤਾ ਜਾਂਦਾ, ਇਨਕਮ ਟੈਕਸ ਹਰ ਇੱਕ ਚੀਜ਼ ਨੂੰ ਖੰਗਾਲਦੀ ਹੈ। ਪੈਸਿਆਂ ਦਾ ਹਿਸਾਬ ਪੁੱਛਿਆ ਜਾਂਦਾ ਹੈ। ਮਹਿੰਗਾ ਸਮਾਨ ਜਿੰਨਾ ਵੀ ਹੁੰਦਾ ਹੈ, ਚਾਹੇ ਗੱਡੀਆਂ ਹੋਣ ਚਾਹੇ ਅੰਦਰ ਕਿੰਨਾ ਵੀ ਮਹਿੰਗਾ ਸਮਾਨ ਹੈ, ਜੇ ਕਿਹਾ ਜਾਵੇ ਕਿ ਸਾਰੀ ਚੀਜ਼ਾਂ ਦਾ ਬਿਊਰਾ ਮੰਗਿਆ ਜਾਂਦਾ ਤੇ ਉਹਦੇ ਨਾਲ ਇਹ ਹੁੰਦਾ ਕਿ ਜੋ ਸਮਾਨ ਮਿਲ ਹੀ ਜਾਂਦਾ। ਹੁਣ ਖੈਰ ਇਹ ਤਾਂ ਨਹੀਂ ਹਜੇ ਪਤਾ ਵੀ ਇਹ ਬੰਦ ਕੋਠੀ ਦੇ ਅੰਦਰ ਕਿਸ ਤਰ੍ਹਾਂ ਦਾ ਸਮਾਨ ਹੈ ਜਿਹੜਾ ਅੰਦਰ ਮਿਲਿਆ ਹੋਊਗਾ, ਪਰ ਜਿਹੜੇ ਚੀਜ਼ਾਂ ਮਿਲੀਆਂ ਜਾਂਦੀਆਂ ਨੇਗੀਆਂ ਤਾਂ ਉਹ ਚੀਜ਼ਾਂ ਦਾ ਪੂਰਾ ਬਿਊਰਾ ਤਿਆਰ ਕਰਕੇ ਉਹਦਾ ਹਿਸਾਬ ਕਿਤਾਬ ਕਰਿਆ ਜਾਂਦਾ ਹੈ। ਰਣਜੀਤ ਬਾਵਾ ਤੇ ਕਨਵਰ ਗਰੇਵਾਲ ਜੇ ਕਹੀਏ ਉਹਨਾਂ ਨਾਵਾਂ ਦੇ ਵਿੱਚੋਂ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਸਮੇਂ ਅਸੀਂ ਦੇਖਿਆ ਸੀਗਾ ਕਿ ਸਭ ਤੋਂ ਵਧਲੇ ਤੌਰ ਤੇ ਜਿਹੜੇ ਗਾਇਕ, ਕਿਉਂਕਿ ਗਾਇਕ ਬਾਕੀ ਵੀ ਬਹੁਤ ਸਾਰੇ ਆਏ ਸੀਗੇ ਅੱਗੇ, ਤੇ ਇਹ ਵੀ ਮੁੱਖ ਤੌਰ ਤੇ ਜੇ ਕਿਹਾ ਜਾਵੇ ਕੇਂਦਰ ਸਰਕਾਰ ਦੇ ਖਿਲਾਫ ਡਟ ਕੇ ਬੋਲਦੇ ਹੋਏ ਨਜ਼ਰ ਆਏ ਸੀ। ਖੈਰ ਇਹ ਚੀਜ਼ ਨੂੰ ਉਹਦੇ ਨਾਲ ਕਿੰਨਾ ਕੁ ਜੋੜਿਆ ਜਾਵੇ ਇਹ ਕਹਿਣਾ ਹਜੇ ਮੁਸ਼ਕਲ ਹੋਊਗਾ, ਕਿਉਂਕਿ ਜੇਕਰ ਇਨਕਮ ਟੈਕਸ ਦੇ ਕੋਲੇ ਪੂਰੇ ਸਹੀ ਇਨਫੋਰਮੇਸ਼ਨਸ ਹੈਗੀਆਂ ਨੇਗੀਆਂ ਜਾਂ ਟ੍ਰਾਂਜੈਕਸ਼ਨਸ ਨੂੰ ਲੈ ਕੇ ਕੋਈ ਸਵਾਲ ਉਹਦੇ ਤੇ ਹੈਗੇ ਨੇ, ਕਿਉਂਕਿ ਸਹੀ ਗਲਤ ਦਾ ਫੈਸਲਾ ਉਦੋਂ ਕੀਤਾ ਜਾਂਦਾ ਜਦੋਂ ਆਖਰਕਾਰ ਏਜੰਸੀਆਂ ਨੂੰ ਕੋਈ ਸੂਹ ਮਿਲਦੀ ਹੈ ਤੇ ਉਸ ਤੋਂ ਬਾਅਦ ਇਨਵੈਸਟੀਗੇਟ ਉਸ ਚੀਜ਼ਾਂ ਨੂੰ ਕਰਦੀ ਹੈ। ਜੇਕਰ ਕੋਈ ਗਲਤ ਪਾਇਆ ਜਾਂਦਾ ਤਾਂ ਉਹ ਸਹੀ ਬੋਲਣ ਵਾਲਾ ਵੀ ਕਿਉਂ ਨਾ ਹੋਵੇ ਤਾਂ ਆਖਰਕਾਰ ਉਹ ਕਾਨੂੰਨ ਦੀ ਨਿਗਾਹ 'ਚ ਤੇ ਇਨਕਮ ਟੈਕਸ ਜਿਵੇਂ ਵਿਭਾਗ ਆਮ ਤੌਰ ਤੇ ਆਮਦਨੀ ਤੇ ਨਿਗਾਹ ਰੱਖਦਾ ਤਾਂ ਉਹ ਸਾਰੀ ਚੀਜ਼ਾਂ ਦੇ ਵਿੱਚ ਦੇਖਦੇ ਹੋਏ ਗਲਤ ਪਾਇਆ ਜਾਂਦਾ ਹੈ। ਤੁਸੀਂ ਕਿੰਨੇ ਹੀ ਸੱਚੇ ਹੋਵੋ ਪਰ ਸਰਕਾਰ ਦੇ ਨਾਲ ਜੇ ਧਰੋ ਕਮਾਉਂਦੇ ਹੋ ਤਾਂ ਉੱਤੇ ਕਾਰਵਾਈਆਂ ਹੁੰਦੀਆਂ ਨੇ। ਖੈਰ ਉਹ ਵੱਖਰੇ ਮਸਲੇ ਨੇ, ਪਰ ਰਣਜੀਤ ਬਾਵਾ ਨੂੰ ਲੈ ਕੇ ਕਿਹਾ ਜਾਵੇ ਇੱਕ ਚੰਗੀ ਤੇ ਸਾਫ਼ ਛਵੀ ਦੇ ਮਾਲਕ ਰਣਜੀਤ ਬਾਵਾ ਹੈਗੇ ਨੇਗੇ। ਪਰ ਹੁਣ ਤੱਕ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਨਕਮ ਟੈਕਸ ਦੀ ਕੱਲ ਸਵੇਰ ਤੋਂ ਕਹਿ ਸਕਦੇ ਹਾਂ ਕਿ ਰੇਡ ਚੱਲ ਰਹੀ ਹੈ ਲਗਾਤਾਰ ਉਹਨਾਂ ਦੇ ਮੋਹਾਲੀ ਦੇ ਘਰ ਦੇ ਵਿੱਚ, ਤੇ ਨਾਲ ਕਹਿ ਸਕਦੇ ਹਾਂ ਕਿ ਜਿਵੇਂ ਲਗਾਤਾਰ ਇਨਵੈਸਟੀਗੇਸ਼ਨ ਹੋ ਰਹੀ ਆ ਤੇ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਦਿਖਾ ਰਹੇ ਹਾਂਗੇ ਅਸੀਂ। ਉਦੋਂ ਦੇ ਕੋਈ ਵੀ ਪਰਿਵਾਰਜਨ ਜਾਂ ਕਹੀਏ ਕਿ ਖੁਦ ਰਣਜੀਤ ਬਾਵਾ ਅੰਦਰ ਮੌਜੂਦ ਦੱਸੇ ਜਾਂਦੇ ਨੇ ਤੇ ਉਹਨਾਂ ਦੇ ਪਰਿਵਾਰ ਦੇ ਲੋਕ ਨੇ, ਬਾਕੀ ਨਾਲ ਜਿੰਨੇ ਕਿਹਾ ਜਾਵੇ ਇਹ ਉਹਨਾਂ ਦੇ ਸਾਧਨ ਖੜੇ ਨੇ। ਜਿਹਦੇ 'ਚ ਗੱਲ ਕੀਤੀ ਜਾਵੇ ਤਾਂ ਜਿੱਥੇ ਸਿਕਿਉਰਿਟੀ ਫੋਰਸਿਸ ਪੂਰੇ ਘਰ ਦੇ ਚੱਪੇ ਤੇ ਤੈਨਾਤ ਨੇ ਤਾਂ ਹੁਣ ਇਹ ਇਹਨਾਂ ਦੀਆਂ ਨੇ ਜਾਂ ਕਿਸੇ ਦੀਆਂ ਨੇ, ਪਰ 3 ਗੱਡੀਆਂ ਅੰਦਰ ਥਾਰ, ਫੋਰਚੂਨਰ, ਇੱਕ ਗੱਡੀ ਅੱਗੇ ਹੋਰ ਆ ਖੜੀ ਆ ਤੇ ਨਾਲ ਇਧਰਲੇ ਪਾਸੇ ਇੱਕ ਲੈਂਡ ਕਰੂਜ਼ਰ ਹੈ ਜਿਹੜੀ ਉਹ ਖੜੀ ਆ। ਯਾਨੀ ਕਿ ਜੋ ਵੀ ਸੰਸਾਧਨ ਜਾਂ ਕਹੀਏ ਸਮਾਨ ਅੰਦਰ ਹੀ ਮੌਜੂਦ ਆ ਤਾਂ ਉਸ ਤੋਂ ਬਾਅਦ ਇਸ ਕੋਈ ਵੀ ਚੀਜ਼ ਹਿਲਾਉਣ ਨਹੀਂ ਦਿੱਤੀ ਜਾਂਦੀ ਹੈਗੀ। ਤੇ ਖਾਣਾ ਤੱਕ ਜੇ ਕਿਹਾ ਜਾਵੇ ਇਨਕਮ ਟੈਕਸ ਦੇ ਅਧਿਕਾਰੀ ਉਹ ਆਪਦੇ ਕੋਲੋਂ ਮੰਗਾਉਂਦੇ ਨੇ, ਆਪਦਾ ਅਲੱਗ ਤੋਂ ਮੰਗਾਉਂਦੇ ਨੇ, ਰਹਿਣ ਦੀ ਵਿਵਸਥਾ ਵੀ ਉਹ ਆਪਦੇ ਤੌਰ ਤੇ ਕਰਦੇ ਨੇ, ਪਰ ਉਹਨਾਂ ਸਮਾਂ ਤੁਸੀਂ ਦੇਖਿਆ ਜਾਵੇ ਤਾਂ ਕਿਤੇ ਵੀ ਕਿਸੇ ਨੂੰ ਬਾਹਰ ਨਹੀਂ ਜੜ ਦਿੱਤਾ ਜਾਂਦਾ। ਹੁਣ ਸਵਾਲ ਉੱਠਦਾ ਕਿ ਕਿਸਾਨੀ ਅੰਦੋਲਨ ਦੇ ਨਾਲ ਕੀ ਇਹਨੂੰ ਛਿੜ ਕੇ ਦੇਖਿਆ ਜਾਵੇ, ਜੋੜ ਕੇ ਦੇਖਿਆ ਜਾਵੇ, ਜਾਂ ਫਿਰ ਇਹ ਹੈ ਕਿ ਆਖਰਕਾਰ ਇੱਕ ਠੀਕ ਹੈ ਇਹ ਕਾਮ ਪ੍ਰਕਿਰਿਆ ਕੋਈ ਵੀ ਇਨਕਮ ਟੈਕਸ ਦੇ ਦਾਇਰੇ ਦੇ ਵਿੱਚ ਦੇਸ਼ ਦਾ ਹਰ ਇੱਕ ਉਹ ਸ਼ਖਸ ਆਉਂਦਾ ਹੈ ਜਿਹਦਾ ਪੈਸੇ ਦੇ ਨਾਲ ਲੈਣ ਦੇਣ ਹੁੰਦਾ ਹੈ। ਯਾਨੀ ਕਿ ਹਰ ਇੱਕ ਕਿਸੇ ਦਾ ਜਿਹੜਾ ਖਾਕਾ ਜਦੋਂ ਅਸੀਂ ਸਰਕਾਰ ਨੂੰ ਬਿਊਰਾ ਦਿੰਨੇ ਆ ਤਾਂ ਉਦੋਂ ਬਾਅਦ ਦੇ ਵਿੱਚ ਸਰਕਾਰ ਨੂੰ ਜੇਕਰ ਕਿਤੇ ਲੱਗਦਾ ਹੈ ਜਾਂ ਕਹੀਏ ਕਿ ਵਿਭਾਗ ਨੂੰ ਕਿਤੇ ਲੱਗਦਾ ਹੈ ਕਿ ਆਖਰ ਕੋਈ ਹੇਰਾਫੇਰੀ ਜਾਂ ਕੁਝ ਹੋਰ ਹੈ ਤਾਂ ਉਹਨੂੰ ਇਨਵੈਸਟੀਗੇਟ ਕਰਦਾ। ਹੁਣ ਇਹ ਤਾਂ ਖੈਰ ਇਨਕਮ ਟੈਕਸ ਦੇ ਅਧਿਕਾਰੀ ਦੱਸ ਸਕਦੇ ਨੇ ਕਿ ਆਖਰਕਾਰ ਉਹਨਾਂ ਨੂੰ ਕੀ ਕੁਝ ਮਿਲਿਆ ਜਾਂ ਕੀ ਕੁਝ ਆਖਰਕਾਰ ਉਹ ਜਿਹੜੀ ਇਨਫੋਰਮੇਸ਼ਨ, ਕਿਉਂਕਿ ਕਿੰਨੀ ਕਿਹਾ ਜਾਵੇ ਕਿ ਇਨਫੋਰਮੇਸ਼ਨ ਜਟਾਉਣ ਦੇ ਵਾਸਤੇ ਜਾਂ ਦੇਖਣ ਦੇ ਵਾਸਤੇ ਅਸੀਂ ਆਏ ਹਾਂ, ਪਰ ਕੋਈ ਨਾ ਕੋਈ ਇਨਪੁਟਸ ਇਹੋ ਜਿਹੇ ਉਹਨਾਂ ਕੋਲ ਜ਼ਰੂਰ ਹੁੰਦੇ ਨੇ ਜਿਸ ਤੋਂ ਬਾਅਦ ਇਨਕਮ ਟੈਕਸ ਆ ਕੇ ਮੌਕੇ ਤੇ ਜਾਂਚ ਕਰਨ ਵਾਲੇ ਦੇਖਦੀ ਹੈ। ਹੁਣ ਰਣਜੀਤ ਬਾਵਾ ਕੋਲ ਕੀ ਮਿਲਦਾ ਕੀ ਨਹੀਂ ਮਿਲਦਾ ਤਾਂ ਇਹ ਤੇ ਹਜੇ ਤੱਕ ਕਹਿਣਾ ਔਖਾ ਹੈ ਕਿਉਂਕਿ ਉਹ ਇਨਕਮ ਟੈਕਸ ਹੀ ਦੱਸ ਸਕਦੀ ਆ, ਪਰ ਹੁਣ ਤੱਕ ਇਹ ਪਤਾ ਲੱਗਿਆ ਵੀ ਇੱਕ ਵੱਡਾ ਸੂਟਕੇਸ ਹੈ ਜਿਹੜਾ
ਉਹਨੂੰ ਲਿਜਾਇਆ ਗਿਆ ਹੈਗਾ, ਉਹਨੂੰ ਇਨਕਮ ਟੈਕਸ ਅਧਿਕਾਰੀ ਲੈ ਕੇ ਗਏ ਨੇ ਤੇ ਉਹਦੇ ਵਿੱਚ ਕੀ ਕੁਝ ਸੀ, ਕੀ ਕੋਈ ਕਾਗਜ਼ਾਤ ਸੀਗੇ ਜਾਂ ਪੈਸੇ ਸੀ, ਉਹ ਹਜੇ ਨਹੀਂ ਕਹਿ ਸਕਦੇ, ਪਰ ਇੱਕ ਸੂਟਕੇਸ ਜ਼ਰੂਰ ਵੱਡਾ ਜਿਹੜਾ ਉਹ ਪਹਿਲਾਂ ਲੈ ਕੇ ਗਏ ਨੇ। ਤੇ ਫਿਰ ਹੁਣ ਦੇਖਣਾ ਹੋਊਗਾ ਕਿਉਂਕਿ ਰੇਡ ਲਗਾਤਾਰ ਜਾਰੀ ਹੈ, ਅਫਸਰ ਹਜੇ ਵੀ ਅੰਦਰ ਮੌਜੂਦ ਨੇ, ਸਿਕਿਉਰਿਟੀ ਵੀ ਮੌਜੂਦ ਹੈ ਤੇ ਉਹਦੇ ਨਾਲ ਉਦੋਂ ਬਾਅਦ ਕੀ ਰਣਜੀਤ ਬਾਵਾ ਦੱਸਣਗੇ ਕਿ ਆਖਰਕਾਰ ਕਿਉਂ ਇਹ ਰੇਡ ਹੋਈ ਤੇ ਕੀ ਉਹਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਜਾਂ ਫਿਰ ਇਨਕਮ ਟੈਕਸ ਇਹ ਦੱਸੂਗੀ ਕਿ ਆਖਰਕਾਰ ਕੀ ਕੁਝ ਉਹਨਾਂ ਨੂੰ ਮਿਲਿਆ ਇਸ ਪੂਰੀ ਰੇਡਾਂ ਦੇ ਦੌਰਾਨ। ਕਿਉਂਕਿ ਲੋਕਾਂ ਦੇ ਹਰਮਨ ਪਿਆਰੇ ਨੇ ਰਣਜੀਤ ਬਾਵਾ ਤੇ ਹਰ ਕੋਈ ਜਾਣਨਾ ਚਾਹੁੰਦਾ ਕਿ ਰੇਡ ਦਾ ਅਸਲ ਮਕਸਦ ਰਿਹਾ ਕੀ ਹੈ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੀਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਮੋਹਾਲੀ।